श्री वाहिगुरु साहिब जी। धन 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 जन आया, जिस प्रसाद सब जगत तराया। जन आवन का यह सुआओ, जन कै संग चित आवै नाओ। आप मुकत मुकत करै संसार, नानक तिस जन को सदा नमस्कार। हर हर जन दुई एक है, बिब विचार कछ नाहे। जल ते उपजत रंग जियो, जल ही बिखै समाए। बाणी गुरु गुरु है बाणी, बिच बाणी अमृत सारे। गुर बाणी कहै सेवक जन मानै, परतख गुरु निस्तारे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत खसामदी, नूर अरसो कुरसो झटिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर साहांदै साहो। जिस पास बैठिया सोहिया, अबना दा बेसाहो। सतनाम श्री वाहिगुरु साहिब जी। मारू महला पहला, ज्ञान बिहूणी भवै सवाई। साचा रब रहया लिव लाई, ज्ञान बिहूणी भवै सवाई। साचा रब रहया लिव लाई। निरभौ शब्द गुरु सच जाता, ज्योति जोत मिलाएंदा। अटल अडोल अतोल मुरारे, खिन मह ढाहे फेर उसारे। रूप ना रेखिया मित नहीं कीमत, शब्द भेद पति आएंदा। हम दासन के दास प्यारे, साधक साच भले विचारे। मन्ने नाओ सोई जिण जासी, आपे साच दृढ़ाएंदा। हम दासन के दास प्यारे, साधक साच भले विचारे। मन्ने नाओ सोई जिण जासी, आपे साच दृढ़ाएंदा।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਅੱਜ ਗੁਰੂ ਨਾਨਕ ਦੇ ਅਨੰਨ ਪਿਆਰੇ ਸੇਵਕ ਜਿਨ੍ਹਾਂ ਨੂੰ ਆਪਾਂ ਬ੍ਰਹਮ ਗਿਆਨੀ ਦੇ ਨਾਮ ਨਾਲ ਜਾਣਦੇ ਹਾਂ, ਤੇ ਬ੍ਰਹਮ ਗਿਆਨੀ ਸਿੱਖਾਂ ਦੇ ਵਿੱਚੋਂ ਕੇਵਲ ਇੱਕ ਸਿੱਖ ਨੂੰ ਸਤਿਗੁਰੂ ਵੱਲੋਂ ਇੱਕ ਖਿਤਾਬ ਪ੍ਰਾਪਤ ਹੋਇਆ ਹੈ। ਉਹ ਨੇ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਬਾਬਤ ਸੰਗਤਾਂ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਧੰਨ ਬਾਬਾ ਬੁੱਢਾ ਜਿਨ ਗੁਰੂ ਲੱਦਾ, ਧੰਨ ਬਾਬਾ ਬੁੱਢਾ ਜਿਨ ਗੁਰੂ ਲੱਦਾ। ਉਹ ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ। ਆਓ ਕੁਝ ਸਮੇਂ ਲਈ ਆਪਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਹੈ, ਕਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵਰ ਲਏ, ਫਿਰ ਗੁਰੂ ਅੰਗਦ ਦੇਵ ਮਹਾਰਾਜ ਤੋਂ ਵਰ ਲਏ, ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਫਿਰ ਗੁਰੂ ਰਾਮਦਾਸ ਪਾਤਸ਼ਾਹ, ਇਸੇ ਤਰ੍ਹਾਂ ਛੇਵੇਂ ਸਤਿਗੁਰੂ ਮਹਾਰਾਜ ਤੱਕ ਟਹਿਲ ਸੇਵਾ ਕਰਦੇ ਰਹੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਨਾਮ ਪਹਿਲਾ ਨਾਮ ਹੈ ਬੂੜਾ, ਇਹਨਾਂ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸੰਨ 1506 ਨੂੰ ਹੋਇਆ। ਸਤਿਗੁਰ ਦੇ ਵਾਹਿਗੁਰੂ ਬਾਬਾ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਸੁੱਖਾ ਜੀ ਰੰਧਾਵਾ ਤੇ ਮਾਤਾ ਜੀ ਦਾ ਨਾਮ ਹੈ ਮਾਤਾ ਗੋਰਾ ਜੀ। ਮਾਤਾ ਗੋਰਾ ਜੀ ਤੇ ਬਾਬਾ ਸੁੱਖਾ ਜੀ ਰੰਧਾਵਾ, ਉਹਨਾਂ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਜਨਮ ਹੋਇਆ। ਜਿਹੜੀ ਮਾਤਾ ਗੋਰਾ ਸੀ, ਇਹ ਬਚਪਨ ਤੋਂ ਹੀ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਲੀ, ਵਾਹਿਗੁਰੂ ਦਾ ਸਿਮਰਨ ਕਰਨ ਵਾਲੀ, ਉਸ ਵਾਹਿਗੁਰੂ ਦੇ ਵਿੱਚ ਲੀਨ, ਕੁਦਰਤੀ ਤੌਰ 'ਤੇ ਜਿਹੜੇ ਗੁਣ ਮਾਂ ਦੇ ਵਿੱਚ ਹੁੰਦੇ ਨੇ ਨਾ, ਉਹ ਅੱਗੋਂ ਆਪਣੇ ਬੱਚੇ ਦੇ ਵਿੱਚ ਉਹ ਗੁਣ ਉਤਪੰਨ ਹੋ ਜਾਂਦੇ ਨੇ। ਬੱਚਾ ਪੇਟ ਵਿੱਚ ਪਲਦਾ ਹੋਵੇ ਤੇ ਮਾਂ ਦੇ ਜਿਹੋ ਜਿਹੇ ਸੰਸਕਾਰ ਆਪਣੇ ਹੁੰਦੇ ਨੇ ਨਾ, ਉਹ ਸੰਸਕਾਰ ਬੱਚੇ ਉੱਤੇ ਅਸਰ ਕਰਦੇ ਨੇ। ਹੁਣ ਮਾਂ ਸਿਮਰਨ ਭਜਨ ਕਰਨ ਵਾਲੀ ਸੀ, ਬੰਦਗੀ ਕਰਨ ਵਾਲੀ ਸੀ, ਤੇ ਬੰਦਗੀ ਕਰਕੇ ਹੀ ਇਹੋ ਜਿਹੀ ਰੂਹ ਉਹਨਾਂ ਦੇ ਗ੍ਰਹਿ ਵਿਖੇ ਪ੍ਰਗਟ ਹੋਈ ਹੈ, ਜਿਨ੍ਹਾਂ ਨੇ ਵੱਡੀ ਅਣਥੱਕ ਸੇਵਾ ਕੀਤੀ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਜੀਵਨ ਕਾਲ ਦੇ ਤਕਰੀਬਨ 12 ਸਾਲ ਕੱਥੂ ਨੰਗਲ ਹੀ ਬਤੀਤ ਹੋਏ ਨੇ।
ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਵਾਂ ਦਾ ਕਲਿਆਣ ਕਰਦੇ ਹੋਏ ਇਹਨਾਂ ਦੇ ਨਗਰ ਵਿੱਚ ਪਹੁੰਚੇ ਨੇ, ਗੁਰੂ ਪਾਤਸ਼ਾਹ ਨੇ ਖੇਤਾਂ ਦੇ ਕੋਲ ਆਪਣਾ ਡੇਰਾ ਲਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੁੱਧ ਭੇਟਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁੱਧ ਛਕਿਆ। ਭਾਈ ਮਰਦਾਨਾ ਜੀ ਨਾਲ ਹਨ, ਭਾਈ ਮਰਦਾਨਾ ਦੁੱਧ ਛਕਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹੇ। ਹਜ਼ੂਰੀ ਵਿੱਚ ਰਹੇ ਤੇ ਸਮਾਂ ਪਾ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿਣ ਲੱਗੇ, ਪਾਤਸ਼ਾਹ ਮੈਨੂੰ ਉਹ ਉਪਦੇਸ਼ ਦੇਣਾ ਕਰੋ ਜਿਸ ਉਪਦੇਸ਼ ਦਾ ਧਾਰਨੀ ਬਣ ਕੇ ਮੈਂ ਜਮਾਂ ਦੀ ਮਾਰ ਤੋਂ ਮੈਨੂੰ ਜਮਾਂ ਦੀ ਮਾਰ ਨਾ ਪਵੇ। ਜਦੋਂ ਇਸ ਤਰ੍ਹਾਂ ਆਖਿਆ ਕਿ ਜਮਾਂ ਦੀ ਮਾਰ ਨਾ ਪਵੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੇ ਧਿਆਨ ਨਾਲ ਤੱਕਿਆ, ਦੇਖਿਆ। ਕਹਿਣ ਲੱਗੇ, ਬੇਟਾ ਤੇਰੀ ਉਮਰ ਜਿਹੜੀ ਹੈ ਇਹ ਖੇਡਣ ਕੁੱਦਣ ਦੀ ਹੈ। ਇਸ ਉਮਰ ਦੇ ਵਿੱਚ ਬੱਚੇ ਖੇਡਦੇ ਨੇ ਤੇ ਤੂੰ ਮੰਗ ਰਿਹਾ ਹੈ ਕਿ ਜਮਾਂ ਦੀ ਮਾਰ ਮੈਨੂੰ ਨਾ ਪਵੇ, ਇਹ ਕੀ ਕਾਰਨ ਹੈ? ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸਾਰੀ ਗਾਥਾ ਸੁਣਾਈ। ਕਹਿਣ ਲੱਗੇ, ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਮੇਰੀ ਮਾਤਾ ਨੇ ਆਖਿਆ ਕਿ ਚੁੱਲ੍ਹਾ ਬਾਲਣਾ ਕਰ, ਅੱਗ ਬਾਲ। ਮੈਂ ਅੱਗ ਬਾਲਣ ਲੱਗਿਆ। ਮੈਂ ਅੱਗ ਪਹਿਲਾਂ ਕਦੇ ਬਾਲਣਾ ਨਹੀਂ ਕੀਤੀ ਸੀ। ਮੈਂ ਵੱਡੀਆਂ ਲੱਕੜਾਂ ਲਾਈਆਂ ਤੇ ਮੈਂ ਅੱਗ ਲਾ ਕੇ ਉਹਨੂੰ ਸਾੜਨ ਦੀ ਕੋਸ਼ਿਸ਼ ਕਰਦਾ, ਪਰ ਅੱਗ ਨਹੀਂ ਬਲੀ। ਬੜੀ ਕੋਸ਼ਿਸ਼ ਕੀਤੀ। ਐਨੇ ਚਿਰ ਨੂੰ ਮੇਰੀ ਮਾਂ ਆਈ। ਮਾਂ ਆਖਣ ਲੱਗੀ, ਪੁੱਤ ਇੰਜ ਨਹੀਂ ਅੱਗ ਬਾਲੀ ਦੀ ਹੈ, ਪਹਿਲਾਂ ਛੋਟੀਆਂ ਲੱਕੜਾਂ ਲਾ, ਫਿਰ ਉੱਤੋਂ ਵੱਡੀਆਂ ਲਾਣੀਆਂ, ਫਿਰ ਅੱਗ ਬਾਲਣੀ ਹੈ। ਮਾਂ ਨੇ ਮੇਰੇ ਸਾਹਮਣੇ ਅੱਗ ਬਾਲੀ ਤੇ ਉਸ ਸਮੇਂ ਕੀ ਹੋਇਆ, ਪਹਿਲਾਂ ਛੋਟੀਆਂ ਲੱਕੜਾਂ ਸੜੀਆਂ, ਫਿਰ ਵੱਡੀਆਂ ਸੜ ਗਈਆਂ ਤੇ ਮੇਰੇ ਮਨ 'ਚ ਡਰ ਪੈਦਾ ਹੋ ਗਿਆ ਕਿ ਮਨਾ ਜੇ ਪਹਿਲਾਂ ਛੋਟੀਆਂ ਲੱਕੜਾਂ ਅੱਗ ਨੇ ਸਾੜਨਾ ਕਿ ਵੱਡੀਆਂ ਬਾਅਦ ਸੜੀਆਂ ਨੇ ਤੇ ਕਾਲ ਦਾ ਕੀ ਪਤਾ ਕਦੋਂ ਕਾਰਨ ਆ ਕੇ ਦਬੋਚਣਾ ਹੈ। ਇਸ ਕਰਕੇ ਕੀ ਪਤਾ ਆਪਾਂ ਬਚਪਨ 'ਚ ਚਲੇ ਜਾਈਏ, ਜਵਾਨੀ 'ਚ ਚਲੇ ਜਾਈਏ, ਬੁਢਾਪੇ ਜਾਣਾ ਤਾਂ ਵੱਖਰੀ ਗੱਲ ਹੈ। ਸਮੇਂ ਦਾ ਕੋਈ ਪਤਾ ਨਹੀਂ ਕਦੋਂ ਕਿਸ ਜੀਵ ਨੇ ਸੰਸਾਰ ਤੋਂ ਜਾਣਾ ਹੈ, ਕਿਉਂਕਿ ਪਰਮਾਤਮਾ ਨੇ ਇਹ ਗੁੱਝਾ ਭੇਦ ਰੱਖਿਆ ਹੋਇਆ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਫਿਰ ਸਾਡੇ ਨਗਰ 'ਚ ਤੁਰਕਾਂ ਨੇ ਹਮਲਾ ਕੀਤਾ। ਤੁਰਕ ਆਏ, ਉਹਨਾਂ ਨੇ ਸਾਡੀ ਸਾਰੀ ਫਸਲ ਕੱਚੀ ਵੀ ਵੱਢ ਦਿੱਤੀ, ਪੱਕੀ ਵੀ ਵੱਢ ਦਿੱਤੀ। ਮੈਂ ਆਪਣੇ ਸਾਰੇ ਨੇਤਰਾਂ ਨਾਲ ਦੇਖਿਆ ਸਭ ਕੁਝ। ਸਾਡੇ ਘਰ ਇਤਿਆਦਿਕ ਉਜਾੜ, ਨਗਰ ਉਜਾੜ ਦਿੱਤਾ। ਜੋ ਸਭ ਕੁਝ ਦੇਖਿਆ ਤੇ ਮਨ ਦੇ ਵਿੱਚ ਡਰ ਪੈਦਾ ਹੋਇਆ ਕਿ ਮਨਾ ਇਹਨਾਂ ਡਾਢਿਆਂ ਨੂੰ ਕੋਈ ਨਹੀਂ ਰੋਕ ਸਕਿਆ, ਕੋਈ ਇਹਨਾਂ ਦੇ ਅੱਗੇ ਨਹੀਂ ਖਲੋਤਾ ਤੇ ਕਾਲ ਰੂਪੀ ਡਾਢੇ ਨੂੰ ਕੌਣ ਰੋਕ ਸਕੇਗਾ? ਉਹ ਕਾਲ ਦੀ ਮਰਜ਼ੀ ਹੈ। ਚਾਹੇ ਉਹ ਜਿਵੇਂ ਕੱਚੀ ਪੱਕੀ ਫਸਲ ਸਾਰੀ ਵੱਢ ਦਿੱਤੀ ਗਈ, ਸਮਾਂ ਆ ਜਾਣਾ ਉਦੋਂ ਕੋਈ ਨੂੰ ਰੋਕ ਨਹੀਂ ਸਕਦਾ। ਤੇ ਸੱਚੇ ਪਾਤਸ਼ਾਹ ਉਦੋਂ ਦਾ ਮੇਰੇ ਮਨ 'ਚ ਡਰ ਪੈਦਾ ਹੋਇਆ ਏ। ਆਪ ਜੀ ਕਿਰਪਾ ਕਰਕੇ ਮੈਨੂੰ ਇਹ ਬਖਸ਼ਿਸ਼ ਕਰੋ ਤਾਂ ਕਿ ਮੈਨੂੰ ਜਮਾਂ ਦੀ ਮਾਰ ਨਾ ਪਵੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਆ। ਕਹਿਣ ਲੱਗੇ, ਤੇਰਾ ਨਾਮ ਕੀ ਹੈ? ਕਹਿਣ ਲੱਗਿਆ, ਮੇਰਾ ਨਾਮ ਹੈ ਬੂੜਾ। ਮੇਰਾ ਨਾਮ ਹੈ ਬੂੜਾ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਤੂੰ ਤਾਂ ਬੁੱਢਿਆਂ ਜੈਸੇ ਬਚਨ ਕਰਦਾ ਏ, ਤੂੰ ਬੂੜਾ ਨਹੀਂ ਤੂੰ ਬੁੱਢਾ ਏ। ਬੁੱਢੇ ਦਾ ਅਸਲ ਅਰਥ ਹੈ ਗਿਆਨਵਾਨ, ਗਿਆਨੀ। ਕਹਿਣ ਲੱਗੇ, ਤੂੰ ਬੁੱਢਾ ਏ, ਤੂੰ ਬੁੱਢਾ ਹੈ। ਅੱਜ ਤੋਂ ਬਾਅਦ ਤੈਨੂੰ ਦੁਨੀਆ ਦੇ ਲੋਕ ਬੁੱਢਾ ਸਾਹਿਬ ਦੇ ਨਾਮ ਨਾਲ ਜਾਣਨਗੇ। ਫਿਰ ਗੁਰੂ ਸਵਾਰੇ। ਇੱਥੋਂ ਫਿਰ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ 12 ਸਾਲ ਦੀ ਉਮਰ ਵਿੱਚ। 12 ਸਾਲ ਤੋਂ ਲੈ ਕੇ 125 ਸਾਲ ਤੱਕ ਬਾਬਾ ਬੁੱਢਾ ਸਿੰਘ ਦਾ ਸਾਰਾ ਜੀਵਨ ਗੁਰੂ ਨਾਨਕ ਦੇ ਘਰ ਨੂੰ ਸਮਰਪਿਤ ਸੀ। 125 ਸਾਲ ਕੁੱਲ ਉਮਰ ਬਣਦੀ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਏ ਨੇ, ਉੱਥੇ ਸਤਿਗੁਰ ਨਗਰ ਵਸਾਇਆ, ਖੇਤੀਬਾੜੀ ਦਾ ਕੰਮ ਪ੍ਰਾਰੰਭ ਕਰ ਦਿੱਤਾ, ਧਰਮਸ਼ਾਲਾ ਤਿਆਰ ਹੋ ਗਈ। ਇਤਿਹਾਸਕਾਰ ਲਿਖਦੇ ਨੇ
ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਸੀ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਸਤਿਗੁਰ ਦੀ ਸੇਵਾ ਕਰਨ ਲੱਗੇ। ਹੁਕਮ ਮੰਨਦੇ ਨੇ, ਜੋ ਗੁਰੂ ਪਾਤਸ਼ਾਹ ਕਹਿੰਦੇ ਨੇ ਸੱਤ ਕਰਕੇ ਮੰਨਦੇ ਨੇ। ਪਰ ਇੱਕ ਗੁਣ ਬਾਬਾ ਜੀ ਵਿੱਚ ਸੀ। ਸਿੱਖ ਆਪਾਂ ਵੀ ਕਹਾਉਂਦੇ ਆ, ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਸੀ। ਬਾਬਾ ਜੀ ਨੇ ਸਤਿਗੁਰ ਦੇ ਬਚਨਾਂ ਉੱਤੇ ਪਹਿਰਾ ਦੇ ਦਿੱਤਾ ਸੀ, ਜਿਹੜੇ ਗੁਰੂ ਪਾਤਸ਼ਾਹ ਦੇ ਬਚਨ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹਨਾਂ ਬਚਨਾਂ ਦੇ ਧਾਰਨੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਜਿੰਝ ਕਹਿ ਲਈਏ ਜਿਵੇਂ ਸਤਿਗੁਰ ਦੇ ਬਚਨ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਕਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਪ੍ਰਭ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹਨਾਂ ਪੰਕਤੀਆਂ ਦੇ ਧਾਰਨੀ ਸੀ। ਗੁਰੂ ਦੇ ਗ੍ਰਹਿ ਵਿੱਚ ਰਹਿੰਦੇ ਸਨ। ਕਰਤਾਰਪੁਰ ਸਾਹਿਬ ਸਤਿਗੁਰ ਦੀ ਹਜ਼ੂਰੀ ਵਿੱਚ ਸਨ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਸੀ। ਗੁਰੂ ਸਵਾਰੇ ਪ੍ਰਭੂ ਦੀ ਆਗਿਆ ਨੂੰ ਸੱਤ ਕਰਕੇ ਮੈਂ ਭਾਣੇ ਵਿੱਚ ਰਜਾ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਾ। ਤੇ ਜੋ ਗੁਰੂ ਪਾਤਸ਼ਾਹ ਬਚਨ ਕਰ ਦਿੰਦੇ ਸੀ ਉਹਨੂੰ ਸੱਤ ਕਰਕੇ ਮੈਂ ਬਸ ਗੁਰੂ ਦੇ ਬਚਨ ਮੋੜਨਾ ਨਹੀਂ। ਤੇ ਸਤਿਗੁਰੂ ਫਿਰ ਬਖਸ਼ਿਸ਼ਾਂ ਕਰਦੇ, ਝੋਲੀਆਂ ਭਰਦੇ ਹਨ। ਤੇ ਜਦੋਂ ਇਸ ਦਾ ਸਮਾਂ ਲੰਘਦਾ ਗਿਆ, ਉਹ ਸਮਾਂ ਵੀ ਆਇਆ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੋਤੀ ਜੋਤ ਸਮਾਉਣ ਦਾ ਸਮਾਂ 1539 ਤੇ 1539 ਵਿੱਚ ਸਤਿਗੁਰੂ ਜੀ ਨੇ ਪਰਖ ਕਰਨ ਵਾਸਤੇ ਬੜੀਆਂ ਪਰਖਾਂ ਕੀਤੀਆਂ ਨੇ। ਤੇ ਪਰਖ ਦੇ ਵਿੱਚ ਭਾਈ ਲਹਿਣਾ ਜੀ ਪਾਸ ਹੋਏ ਹਨ। ਜੇ ਸਤਿਗੁਰੂ ਜੀ ਧਾਰਨਕ ਰੂਪ ਧਾਰਨ ਕਰਦੇ ਨੇ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੋਗੈ ਸਦਾ ਬਿਆਲ। ਇਸ ਤਰ੍ਹਾਂ ਸਤਿਗੁਰੂ ਨੇ ਧਾਰਨਕ ਰੂਪ ਧਾਰਨ ਕੀਤਾ ਤੇ ਗੁਰੂ ਸਰ ਆਪਣੇ ਕੁੱਤੇ ਕੁੱਤੀਆਂ ਆਪਣੇ ਨਾਲ ਲਾ ਕੇ ਸਤਿਗੁਰੂ ਜੰਗਲ ਵੱਲ ਨੂੰ ਜਾ ਰਹੇ। ਹੱਥ ਛੁਰਾ ਪਕੜਿਆ, ਕੁੱਤਕਾ ਪਕੜਿਆ ਹੋਇਆ ਹੈ। ਜਿਹੜਾ ਕੋਲ ਆਉਂਦਾ ਤੇ ਸਤਿਗੁਰੂ ਬੜੀ ਜ਼ੋਰ ਦੀ ਮਾਰਦੇ ਨੇ। ਤੇ ਸਤਿਗੁਰੂ ਨਾਲ ਇਤਿਹਾਸਕਾਰ ਲਿਖਦੇ ਰਸਤੇ ਵਿੱਚ ਪਾਤਸ਼ਾਹ ਜੀ ਨੇ ਤੇ ਵਰਖਾ ਕੀਤੀ ਹੈ, ਮਾਇਆ ਦੀ ਵਰਖਾ ਕੀਤੀ, ਸੋਨੇ ਦੀ ਮੋਹਰਾਂ ਦੀ ਵਰਖਾ ਕੀਤੀ ਹੈ। ਜਿਹੜੇ ਸੋਨੇ ਦੇ ਉਪਾਸ਼ਕ ਸਨ ਸੋਨਾ ਚੁੱਕ ਕੇ ਚਲੇ ਗਏ, ਜਿਹੜੇ ਮਾਇਆ ਦੇ ਉਪਾਸ਼ਕ ਸੀ ਉਹ ਮਾਇਆ ਚੁੱਕ ਕੇ ਚਲੇ ਗਏ। ਤੇ ਅਖੀਰ ਤੇ 4 ਸਿੱਖ ਰਹਿ ਗਏ ਸੀ। ਉਹਨਾਂ 4 ਸਿੱਖਾਂ ਵਿੱਚੋਂ ਸਿੱਖ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਤੇ ਗੁਰੂ ਅੰਗਦ ਦੇ ਮਹਾਰਾਜ ਭਾਈ ਲਹਿਣਾ ਜੀ। ਇਹ 4 ਸਿੱਖ ਉਸ ਸਮੇਂ ਸਤਿਗੁਰ ਦੇ ਨਾਲ ਰਹੇ ਸੀ। ਉਹ ਵੱਖਰੀ ਗੱਲ ਹੈ, ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇ ਮਹਾਰਾਜ ਨੂੰ। ਜਦੋਂ ਸਤਿਗੁਰੂ ਜੋਤੀ ਜੋਤ ਸਮਾਉਣ ਲੱਗੇ ਨੇ ਨਾ ਗੁਰੂ ਨਾਨਕ ਦੇ ਮਹਾਰਾਜ, ਤੇ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੰਘ ਨੇ ਹੱਥ ਜੋੜੇ। ਸਤਿਗੁਰੂ ਜੀ, ਮੈਂ ਆਪ ਜੀ ਤੋਂ ਬਿਨਾਂ ਆਪਣਾ ਜੀਵਨ ਕਿਵੇਂ ਬਤੀਤ ਕਰਾਂਗਾ। ਮੇਰਾ ਆਪ ਜੀ ਤੋਂ ਇੱਕ ਘੜੀ ਮਾਤਰ ਵੀ ਮੈਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦਾ ਏ। ਤੇ ਸਤਿਗੁਰੂ ਹੁਣ ਆਪ ਜੋਤੀ ਜੋਤ ਸਮਾ ਰਹੇ ਨੇ। ਸਤਿਗੁਰੂ ਮੇਰੇ ਉੱਤੇ ਬਖਸ਼ਿਸ਼ ਕਰੋ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਸਰੀਰ ਦਾ ਓਹਲਾ ਅਸੀਂ ਕਰ ਰਹੇ ਹਾਂ, ਪਰ ਮਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਤੁਹਾਡੇ ਸਨਮੁਖ ਪ੍ਰਗਟ ਹੋ ਜਾਵਾਂਗਾ। ਤੇ ਇਹ ਬਚਨ ਕੀਤੇ ਗੁਰ ਇਤਿਹਾਸ ਦੇ ਬਚਨ ਨੇ। ਕਹਿਣ ਲੱਗੇ ਪਾਤਸ਼ਾਹ ਤੇਤੋਂ ਕਦੇ ਓਹਲੇ ਨਾ ਹੋਸਾ। ਇਹ ਪਹਿਲੀ ਵਾਰ ਸਤਿਗੁਰੂ ਜੀ ਨੇ ਦੇਣਾ ਕਿ ਤੇਤੋਂ ਕਦੇ ਓਹਲੇ ਨਹੀਂ ਹੋਣਾ। ਜਿੱਥੇ ਤੂੰ ਹੋਵੇਗਾ ਉੱਥੇ ਮੈਂ ਤੇਰੇ ਕੋਲ ਮੇਰਾ ਕੋਈ ਪੜਦਾ ਨਹੀਂ ਹੋਵੇਗਾ। ਇੰਨੀ ਵੱਡੀ ਬਖਸ਼ਿਸ਼ ਸਿੱਖ ਨੂੰ ਕਰਨੀ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਗੁਰੂ ਅੰਗਦ ਦੇ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ।
ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਧੰਨ ਗੁਰੂ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ, ਗੁਰੂ ਨਾਨਕ ਦਾ ਰੂਪ ਜਾਣ ਕੇ। ਇਹ ਨਹੀਂ ਸੋਚਿਆ ਕਿ ਸਾਡੇ ਨਾਲ ਦਾ ਸਿੱਖ ਭਾਈ ਲਹਿਣਾ ਸੀ। ਇਹ ਸਿੱਖ ਉਦੋਂ ਸੀ ਜਦੋਂ ਨਾਲ ਸੀ, ਹੁਣ ਇਹਨਾਂ ਵਿੱਚ ਜੋਤ ਜਾਗੀ ਹੈ, ਗੁਰੂ ਨਾਨਕ ਦੀ ਜੋਤ। ਉਹ ਜੋਤ ਵਿਰਾਜਮਾਨ ਹੋ ਗਈ ਹੈ। ਜੋਤ ਨੂੰ ਸਜਦਾ ਕੀਤਾ, ਨਮਸਕਾਰ ਕੀਤੀ, ਤੇ ਕੋਲ ਬੈਠੇ ਨੇ ਸਟਹਿਲ ਸਿਆਬ ਜਿਵੇਂ ਗੁਰੂ ਨਾਨਕ ਦੀ ਸੇਵਾ ਕਰਦੇ ਸਨ, ਇਸੇ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕਰਨ ਲੱਗ ਪਏ। ਸੇਵਾ 'ਚ ਸਮਾਂ ਲੰਘਦਾ ਗਿਆ। ਇੱਕ ਦਿਨ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਦੇ ਦੀਵਾਨ ਸਜੇ ਨੇ। ਗੁਰੂ ਅੰਗਦ ਦੇ ਮਹਾਰਾਜ ਦੀਵਾਨਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਆ ਕੇ ਬੈਠੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸਮਾਂ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ, ਮੈਨੂੰ ਵੀ ਉਪਦੇਸ਼ ਦੇਣਾ ਕਰੋ ਤਾਂ ਕਿ ਮੇਰਾ ਜੀਵਨ ਸਫਲਾ ਹੋ ਜਾਵੇ, ਮੈਂ ਵੀ ਕਮਾਈ ਕਰ ਸਕਾਂ। ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਵੱਲ ਤੱਕਦੇ ਨੇ ਤੇ ਕਹਿਣ ਲੱਗੇ, ਤੁਹਾਨੂੰ ਉਪਦੇਸ਼ ਦੇਈਏ? ਤੁਹਾਡੇ ਗੁਰੂ ਪਤਾ ਕੌਣ ਨੇ? ਤੁਹਾਡੇ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਤੁਸੀਂ ਗੁਰੂ ਨਾਨਕ ਦੀ ਸੰਗਤ ਕੀਤੀ ਹੈ, ਗੁਰੂ ਨਾਨਕ ਦੀ ਟਹਿਲ ਸੇਵਾ ਕੀਤੀ ਹੈ। ਕਹਿੰਦੇ ਦੀਖਿਆ ਆਪ ਬੁਝਾਇਆ, ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦਿਓ। ਗੁਰੂ ਅੰਗਦ ਦੇ ਮਹਾਰਾਜ ਦੇ ਬਚਨ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਕਰਕੇ ਬਚਨ ਕੀਤੇ, ਦੀਖਿਆ ਆਪ ਬੁਝਾਇਆ, ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦਿਓ। ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਹੋਣ, ਕਹਿੰਦੇ ਉਹਨਾਂ ਨੂੰ ਮੈਂ ਕੀ ਉਪਦੇਸ਼ ਦੇਣਾ ਕਰਾਂ। ਤੁਹਾਡੇ ਗੁਰੂ ਤਾਂ ਗੁਰੂ ਨਾਨਕ ਨੇ। ਹੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਇਹਨਾਂ ਹੱਥਾਂ ਦੇ ਨਾਲ ਗੁਰੂ ਨਾਨਕ ਦੀ ਸੇਵਾ ਕੀਤੀ ਹੈ, ਇਹਨਾਂ ਨੇਤਰਾਂ ਦੇ ਨਾਲ ਗੁਰੂ ਨਾਨਕ ਦੇ ਦੀਦਾਰ ਕੀਤੇ ਨੇ, ਇਹਨਾਂ ਪੈਰਾਂ ਨਾਲ ਚੱਲ ਕੇ ਤੁਸੀਂ ਕਈ ਵਾਰੀ ਗੁਰੂ ਨਾਨਕ ਦੀ ਸੰਗਤ ਵਿੱਚ ਆਏ ਹੋ, ਇਸ ਕਰਕੇ ਮੈਂ ਤੁਹਾਨੂੰ ਕੀ ਉਪਦੇਸ਼ ਦੇਣਾ ਕਰਾਂ। ਗੁਰੂ ਨਾਨਕ ਤੁਸੀਂ ਨਾਮ ਸੁਣਿਆ, ਗੁਰੂ ਨਾਨਕ ਤੋਂ ਜਸ ਸੁਣਿਆ, ਵਡਿਆਈ ਸੁਣੀ, ਤੇ ਤੁਹਾਨੂੰ ਮੈਂ ਕੀ ਉਪਦੇਸ਼ ਦੇਵਾਂ। ਇੰਨਾ ਸਨਮਾਨ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਤੇ ਬੜੀਆਂ ਆਸ਼ਚਰਜ ਘਟਨਾਵਾਂ ਵਾਪਰੀਆਂ ਨੇ। ਜੇਕਰ ਗੁਰੂ ਸਵਾਰੇ ਗੁਰੂ ਅੰਗਦ ਦੇ ਮਹਾਰਾਜ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ, ਤੇ ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਬਾਬਾ ਬੁੱਢਾ ਸਾਹਿਬ ਕੋਲ ਆ ਕੇ ਬੇਨਤੀ ਕਰਦੀ ਹੈ, ਤੇ ਗੁਰੂ ਸਵਾਰੇ ਫਿਰ ਸਤਿਗੁਰੂ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੂੰ ਪ੍ਰਗਟ ਕਰਦੇ ਨੇ। ਜਦੋਂ ਫਿਰ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋਤ ਸਮਾਏ ਨੇ, ਸੰਨ 1552 ਦੇ ਵਿੱਚ 8 ਪਾਤਸ਼ਾਹੀ ਦਰਸ਼ਨ ਦਾਰੇ ਕੀਤੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ। 5 ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਦੀ ਰਸਮ ਨਿਭਾਈ ਹੈ, ਤੇ 5 ਧੰਨ ਗੁਰੂ ਅੰਗਦ ਦੇ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ, ਤੇ 2 ਗੁਰੂ ਸਾਹਿਬਾਨ ਜਿਹੜੇ ਹਲੇ ਗੁਰੂ ਨਹੀਂ ਬਣੇ, ਸਰੀਰ ਧਾਰਨ ਕਰ ਲਿਆ ਸੀ ਪਰ ਗੁਰੂ ਨਹੀਂ ਬਣੇ ਸਨ, ਉਹ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ। ਇਹਨਾਂ ਦੇ ਵੀ ਦੀਦਾਰ ਕੀਤੇ ਨੇ। ਉਹ ਵੱਖਰੀ ਗੱਲ ਹੈ, ਗੁਰੂ ਬਾਅਦ ਵਿੱਚ ਬਣੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤਾਂ ਗੋਦ ਵਿੱਚ ਖੜਾਇਆ ਏ, ਆਪਣੀ ਗੋਦ ਚੁੱਕਿਆ ਏ। ਜਦੋਂ ਹੁਣ ਸੰਨ 1552 ਆਇਆ, 1552 ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਰਸਮ ਨਿਭਾਈ ਹੈ। 5 ਪੈਸੇ ਨਾਰੀਅਲ ਲੈ ਕੇ ਆਏ, ਗੁਰਤਾ ਗੱਦੀ ਦਾ ਤਿਲਕ ਲਾਇਆ, ਤੇ ਉਹ ਸਾਰੀ ਰਸਮ ਨਿਭਾਈ ਗੁਰੂ ਸਵਾਰੇ। ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋਤ ਸਮਾ ਗਏ ਨੇ। ਸਾਰੀ ਅੰਤਮ ਕਿਰਿਆ ਕੀਤੀ ਗਈ। ਕਿਰਿਆ ਕਰਨ ਉਪਰੰਤ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋ ਗਏ। ਸਮਾਂ ਲੰਘਦਾ ਗਿਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿ ਕੇ
ਗੁਰੂ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਨ ਲੱਗ ਪਏ। ਸੇਵਾ ਕਰਦੇ ਨੇ, ਗੁਰੂ ਗੁਰੂ ਜਪਦੇ ਹਨ। ਜੋ ਗੁਰੂ ਪਾਤਸ਼ਾਹ ਬਚਨ ਕਰਦੇ ਨੇ ਉਹਨਾਂ ਬਚਨਾਂ ਨੂੰ ਗੁਰੂ ਸੱਤ ਕਰਕੇ ਮੰਨਦੇ ਹਨ। ਇੱਥੋਂ ਤੱਕ ਇਤਿਹਾਸ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਏ। ਕਹਿੰਦੇ ਨੇ ਜਦੋਂ ਗੁਰੂ ਅੰਗਦ ਦੇ ਮਾਂ ਜੋਤੀ ਜੋ ਸਮਾਏ, ਗੁਰੂ ਅਮਰਦਾਸ ਪਾਤਸ਼ਾਹ ਗੱਦੀ ਉੱਤੇ ਬਿਰਾਜਮਾਨ ਹੋਏ ਨੇ, ਗੋਇੰਦਵਾਲ ਸਾਹਿਬ ਧਰਤੀ 'ਤੇ ਬਿਰਾਜਮਾਨ ਹਨ, ਅਤੇ ਭਾਈ ਦਾਤੂ ਜੀ ਨੇ ਆ ਕੇ ਸਤਿਗੁਰ ਦੇ ਲੱਤ ਮਾਰੀ ਸੀ। ਬੱਖੀ 'ਚ ਲੱਤ ਵੱਜੀ ਅਤੇ ਸਤਿਗੁਰੂ ਥੱਲੇ ਡਿੱਗੇ ਨੇ। ਉੱਠ ਕੇ ਗੁਰੂ ਸਾਰੇ ਭਾਈ ਦਾਤੂ ਦੇ ਚਰਨ ਪਕੜ ਲਏ। ਕਹਿਣ ਲੱਗੇ, ਪੁਰਖਾ ਤੂੰ ਗੁਰੂ ਕਾ ਸਾਹਿਬਜ਼ਾਦਾ ਹੈ, ਤੇਰੇ ਹੱਥ ਪੈਰ ਬੜੇ, ਸਰੀਰ ਬੜਾ ਕੋਮਲ ਹੈ, ਅੰਗ ਬੜੇ ਕੋਮਲ ਨੇ, ਅਤੇ ਮੈਂ ਬੁਢਾਪੇ ਨੇ ਮੇਰੇ ਸਰੀਰ ਨੂੰ ਗਰਸਿਆ ਹੋਇਆ ਹੈ। ਉੱਤੋਂ ਦੀ ਗੁਰੂ ਘਰ ਦੀ ਸੇਵਾ ਕਰਕੇ ਮੇਰੇ ਹੱਡ ਬੜੇ ਕਰੜੇ ਹੋ ਗਏ ਨੇ। ਪੁਰਖਾ ਤੈਨੂੰ ਸੱਟ ਤਾਂ ਨਹੀਂ ਲੱਗੀ ਹੈ? ਅਤੇ ਭਾਈ ਦਾਤੂ ਇੰਨੀ ਨਿਮਰਤਾ ਗੁਰੂ ਸਵਾਰਿਓ। ਕਹਿੰਦੇ ਨੇ ਭਾਈ ਦਾਤੂ ਕਹਿਣ ਲੱਗੇ, ਇਹ ਨਗਰੀ ਸਾਡੀ, ਅਸੀਂ ਮਾਲਕ ਹਾਂ, ਤੁਸੀਂ ਇਹਨੂੰ ਛੱਡ ਕੇ ਚਲੇ ਜਾਓ। ਅਤੇ ਰਾਤੋਂ ਰਾਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚਲੇ ਗਏ ਸੀ, ਜਿੱਥੇ ਗੁਰਦੁਆਰਾ ਗੁਰੂ ਸਰ ਅੱਜ ਵੀ ਇਤਿਹਾਸ ਦੀ ਗਵਾਹੀ ਦਿੰਦਾ ਹੈ। ਸੰਨ ਸਾਹਿਬ ਗੁਰਦੁਆਰਾ ਸਾਹਿਬ ਹੈ। ਸਤਿਗੁਰੂ ਜੀ ਬਾਸਰ ਕੇ ਨਗਰ ਪਹੁੰਚ ਕੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ, ਬਾਹਰੋਂ ਜਿੰਦਰਾ ਲਵਾ ਦਿੱਤਾ, ਅਤੇ ਉਹਦੇ ਅੱਗੇ ਲਿਖ ਦਿੱਤਾ, ਜਿਹੜਾ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਉਹ ਮੇਰਾ ਸਿੱਖ ਨਹੀਂ ਅਤੇ ਮੈਂ ਉਹਦਾ ਗੁਰੂ ਨਹੀਂ ਹਾਂ। ਹੁਣ ਸੰਗਤਾਂ ਬੜੀਆਂ ਬੇਬਲ, ਸੰਗਤਾਂ ਦੇਸ਼ਾਂ ਵਿਦੇਸ਼ਾਂ ਚੱਲ ਕੇ ਆਉਂਦੀਆਂ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪਹੁੰਚਦੀਆਂ, ਦੇਖਦੀਆਂ ਕਿ ਇਹ ਗੱਦੀ ਖਾਲੀ ਹੈ, ਗੱਦੀ ਉੱਤੇ ਕੋਈ ਬਿਰਾਜਮਾਨ ਨਹੀਂ। ਬੜੀਆਂ ਉਦਾਸ, ਇੰਨੀ ਦੂਰੋਂ ਚੱਲ ਕੇ ਵੀ ਆਉਣਾ, ਕਿਉਂਕਿ ਉਦੋਂ ਸਮਾਂ ਇਹੋ ਜਿਹਾ ਸੀ ਪੈਦਲ ਚੱਲ ਕੇ ਆਉਣਾ, ਅਤੇ ਇੰਨਾ ਲੰਮਾ ਪੈਂਡਾ ਤੈਅ ਕਰਨਾ, ਗੁਰੂ ਦੇ ਦੀਦਾਰ ਨਹੀਂ ਹੋਣੇ, ਅਤੇ ਗੁਰੂ ਦੇ ਦੀਦਾਰ ਤੋਂ ਬਿਨਾਂ ਵਾਪਸ ਮੁੜਨਾ। ਨਿਰਾਸ਼ ਹੋ ਕੇ ਸੰਗਤਾਂ ਮੁੜਦੀਆਂ। ਇੱਕ ਦਿਨ ਫਿਰ ਸਿੱਖਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ। ਕਹਿਣ ਲੱਗੇ, ਦੇਖੋ ਇੰਝ ਨਹੀਂ ਚੱਲਣਾ, ਸੰਗਤਾਂ ਇੰਨੀ ਦੂਰੋਂ ਚੱਲ ਕੇ ਆਉਂਦੀਆਂ, ਖਾਲੀ ਮੁੜ ਜਾਂਦੀਆਂ ਹਨ, ਆਪਾਂ ਗੁਰੂ ਪਾਤਸ਼ਾਹ ਨੂੰ ਪ੍ਰਗਟ ਕਰੀਏ। ਸਤਿਗੁਰੂ ਕਿੱਥੇ ਨੇ ਬਿਰਾਜਮਾਨ, ਇਹਦੇ ਬਾਅਦ ਕਿਸੇ ਨੂੰ ਪਤਾ ਨਹੀਂ ਹੈ, ਅਤੇ ਪ੍ਰਗਟ ਕਿਵੇਂ ਕਰੀਏ, ਕਿਵੇਂ ਸਤਿਗੁਰੂ ਨੂੰ ਲੱਭੀਏ। ਅਤੇ ਕਹਿਣ ਲੱਗੇ, ਤੁਹਾਨੂੰ ਪਤਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਸੀ ਨਾ, ਗੁਰੂ ਅੰਗਦ ਦੇ ਮਹਾਰਾਜ ਬਰਾਗ ਵਿੱਚ ਆ ਗਏ ਸੀ, ਆਪਣੇ ਆਪ ਨੂੰ ਸਤਿਗੁਰੂ ਨੇ ਲੁਕਾਉਣਾ ਕੀਤਾ ਸੀ। ਉਦੋਂ ਪ੍ਰਗਟ ਕੀਤਾ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਹੁਣ ਵੀ ਉਹੀ ਮਹਾਨ ਸ਼ਖਸੀਅਤ ਹੈ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਰ ਦੇਣਾ ਕੀਤਾ ਕਿ ਤੇਤੋਂ ਕਦੇ ਓਹਲੇ ਨਾ ਹੋਸਾਂ, ਅਤੇ ਬਾਬਾ ਬੁੱਢਾ ਸਾਹਿਬ ਜੀ ਹੀ ਹਨ ਕੇਵਲ ਐਸੀ ਮਹਾਨ ਸ਼ਖਸੀਅਤ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਗਟ ਕਰ ਸਕਦੇ ਹਨ। ਸਾਰੀਆਂ ਸੰਗਤਾਂ ਇਕੱਤਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ ਪਹੁੰਚੀਆਂ। ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਸਤਿਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਨਹੀਂ ਹਨ, ਸੰਗਤਾਂ ਆਉਂਦੀਆਂ ਖਾਲੀ ਮੁੜ ਕੇ ਜਾਂਦੀਆਂ, ਬੜਾ ਉਹਨਾਂ ਦਾ ਮਨ ਉਦਾਸ ਹੁੰਦਾ ਹੈ, ਆਪ ਜੀ ਬਖਸ਼ਿਸ਼ ਕਰੋ ਤਾਂ ਕਿ ਆਪ ਜੀ ਦੀਆਂ ਸੰਗਤਾਂ, ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰ ਲੈਣ। ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਗੋਇੰਦਵਾਲ ਸਾਹਿਬ ਧਰਤੀ 'ਤੇ ਪਹੁੰਚੇ, ਜਿੱਥੇ ਸਭ ਤੋਂ ਪਹਿਲਾਂ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਦੇ ਮਧਰੇ ਕੱਦ ਵਾਲੀ ਘੋੜੀ ਸੀ, ਜਿਹਦੇ ਉੱਤੇ ਸਤਿਗੁਰੂ ਸਵਾਰ ਹੋ ਕੇ ਕਈ ਵਾਰੀ ਸੈਰ ਕਰਨ ਜਾਂਦੇ ਹੁੰਦੇ ਸਨ। ਕਹਿੰਦੇ ਨੇ ਉਹ ਘੋੜੀ ਨੂੰ ਖੋਲ੍ਹ ਦਿੱਤਾ ਗਿਆ। ਘੋੜੀ ਖੋਲ੍ਹੀ ਹੈ ਅਤੇ ਅੱਗੇ ਘੋੜੀ ਦੌੜਦੀ ਹੈ, ਅਤੇ ਪਿੱਛੇ ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਗੁਰਬਾਣੀ ਦਾ ਕੀਰਤਨ ਕਰ ਰਹੀਆਂ ਹਨ। ਕੀਰਤਨ ਕਿਵੇਂ? ਜੋਟੀਆਂ ਦੇ ਰੂਪ ਵਿੱਚ ਇੱਕ ਪੰਗਤੀ ਬਾਬਾ ਬੁੱਢਾ ਸਾਹਿਬ ਜੀ ਪੜ੍ਹਦੇ ਨੇ, ਪਿੱਛੇ ਸਾਰੀ ਸੰਗਤ ਬੋਲਦੀ ਹੈ। ਇਸ ਤਰ੍ਹਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਜਿੱਧਰ ਨੂੰ ਘੋੜੀ ਜਾਂਦੀ ਹੈ, ਘੋੜੀ ਦੇ ਮਗਰ ਤੁਰ ਪਏ। ਜਦੋਂ ਬਾਸਰ ਕੇ ਨਗਰ ਘੋੜੀ ਪਹੁੰਚੀ ਹੈ, ਜਿਸ ਕਮਰੇ ਵਿੱਚ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਬੰਦ ਕੀਤਾ ਹੋਇਆ ਸੀ, ਕਹਿੰਦੇ ਘੋੜੀ ਉੱਥੇ ਜਾ ਕੇ ਖਲੋ ਗਈ। ਇਤਿਹਾਸਕਾਰ ਲਿਖਦੇ ਨੇ ਘੋੜੀ ਨੇ ਪਰਿਕਰਮਾ ਕੀਤੀ,
उस कमरे की परिक्रमा की। तो जिमें आप सतगुरु नूं गोडे मूंधे मार के मत्था टेकते हैं ना, इस तरह उस घोड़ी ने सजदा किया। मानो उस घोड़ी नूं इस गल दी सोझी आ गई कि मेरा गुरु इस कमरे दे विच है, गुरु ने अपने इत्थे अपने लुको के रखिया होया है। जो घोड़ी ने सजदा किया, सारिया संगतां नूं बाबा जी ने रोकना किया कि भाई रुकना करो कि सतगुरु जी इस कमरे दे विच ने। जदों देखिया दरवाजे दे कोल गए तो लिखिया होया है जिहड़ा इस दरवाजे नूं खोलेगा वो साडा सिख नहीं ते असीं उहदे गुरु नहीं हन। उदास हो गए सारिया संगतां, हुण की करिए, हुण की कीता जा सकदा। सतगुरु तो लभ गए पर गुरु पातशाह जी ने यह लिख दिता जे आपां हुण जे दरवाजा खोलदे आ तां असीं बेमुख होंदे आ, गुरु दे हुक्म की पालना नहीं कर रहे। हुण करना की करिए, जे दरवाजा नहीं खोलते गुरु दे दीदार नहीं हुंदे हन। कहते ने बाबा बुढ़ा साहब जी ने उस समय की किया, उस कमरे नूं सन लाना की। सन ला के अंदर जाके प्रवेश होए जिथे धन गुरु अमरदास पातशाह महाराज विराजमान सन, चौंकड़ा मार के बैठे समाधि च लीन ने। सतगुर दे जाके चरण पकड़ दे, चरणा उत्ते सीस रखिया। गुरु पातशाह नेत्र खोले, कहन लगे बाबा बुढ़ा साहब जी तुसी ये की कीता, मेरे बचन नहीं कमाना कीते। मैं बचन कीते सी कि ये जिहड़ा इनू दरवाजा खोलेगा साडा सिख नहीं, असीं गुरु नहीं हाँ। तो बाबा बुढ़ा साहब जी आखण लगे सतगुरु देखो दरवाजा बंद है, बिल्कुल दरवाजा नहीं खोलना कीता। सतगुरु आप जी ने यह आखना कीता सी कि जिहड़ा दरवाजा खोलेगा मेरा सिख नहीं, मैं तो गुरु नहीं हाँ। पर सतगुरु सन लाने वास्ते आप जी ने आखना नहीं कीता सी, मैं सन ला के प्रवेश होया हाँ। कीती हुई अवग्या नूं पातशाह माफ़ करना। ते सतगुरु कृपा करो, संगतां बड़ियां बेबल हन, आप जी प्रगट हो के सारिया संगतां नूं दर्शन दीदारे देना करो। कहते ने उदों फिर सतगुरु गुरु अमरदास पातशाह ने बाबा बुढ़ा साहब जी ने अपनी गल बकड़ी च लै लिया। गल बकड़ी विच लिया ते गुरु सवारियो दरवाजा खोलिया ते सतगुरु बाहर आए ते सारिया संगतां ऊची ऊची आखण लगियां। पहला सतगुरु नूं सजदा कीता, सजदा करन उपरंत ते बाबा बुढ़ा साहब जी का जस करन लगी है, कहण लगी धन बाबा बुढ़ा जिन गुरु लभा। बार बार कह रही हैं धन बाबा बुढ़ा जिन गुरु लभा। ते सतगुरु महाराज इन्ने प्रसन्न होए, सारिया संगतां सतगुरु की हजूरी च बैठ गई मत्था टेक के। ते गुरु पातशाह महाराज फिर उस समय उपदेश देन लगे संगतां। दीवान सज गए पातशाह दे, सजे हुए दीवाना विच पातशाह ने बाबा बुढ़ा साहब जी नूं अपने कोल सद्दिया। अपने कोल सद के कहण लगे ये जो बाबा बुढ़ा जी हन इन्हां नूं पहले गुरु नानक ने बख्शिश की, फिर गुरु अंगद दे महाराज ने इन्हां दे परथाए ये वचन कीते गुरबाणी दे विच, तिनको क्या उपदेसी है जिन गुरु नानक दिओ। कहते असीं भी इत्थे वचन करते हैं, ब्रह्म ज्ञानी बाबा बुढ़ा साहब जी ये सिੱਖੀ दी अवधि हन। सिੱਖੀ दी हद, अवधि तो भाव हद। कहते ब्रह्म ज्ञानी बाबा बुढ़ा साहब जी सिੱਖੀ दी अवधि हन। तो जदों ये बचन किए तो बाबा बुढ़ा साहब जी ने सतगुरु के चरण पकड़े। नहीं सतगुरु सिੱਖੀ तो परे तो परे है, मैं तो एक तुच्छ जिहा सेवक हाँ। सेवक का काम है कि अपने मालक की हुक्म की पालना करनी। मैं तो तुहाडे दर दा घाई हाँ पातशाह, नौकर हाँ, दास हाँ। दी दास का काम है अपने मालक की टहल सेवा करनी। इस करके मालक जी मैनू अपने चरणों का भोरा बना के रखो। ये बार गुरु सवारे ब्रह्म ज्ञानी बाबा बुढ़ा साहब जी ने दिता। उस तो उपरंत अगे आईए गुरु रामदास पातशाह का समा। सन 1574 दे विच गुरु रामदास पातशाह महाराज गद्दी उत्ते विराजमान होए ने। गुरु अमरदास पातशाह ज्योति जोत समाए,
ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਜੇਠਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਗਈ। ਤੇ ਗੁਰੂ ਰਾਮਦਾਸ ਪਾਤਸ਼ਾਹ ਫਿਰ ਆਪਣੇ ਪਰਿਵਾਰ ਦੇ ਸਹਿਤ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਰਾਮਦਾਸ ਨਗਰੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਏ। ਜਦੋਂ ਗੱਦੀ ਉੱਤੇ ਸਤਿਗੁਰੂ ਬਿਰਾਜਮਾਨ ਹੋਏ ਨਾ, ਤੇ ਜੋ ਗੱਦੀ ਉੱਤੇ ਬੈਠਣ ਦੀ ਜੋ ਮਰਜ਼ਾਦਾ ਹੈ, ਜੋ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਸਮਝਾਣਾ ਕੀਤੀ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਨੇ ਫਿਰ ਵੀ ਸਤਿਗੁਰੂ ਜੀ, ਇੰਨਾ ਸਨਮਾਨ ਸੀ ਗੁਰੂ ਸਵਾਰਿਓ, ਪੁੱਛਦੇ ਸੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਿ ਤੁਸੀਂ ਸਤਿਗੁਰੂ ਜੀ ਵੱਡੇ ਸਤਿਗੁਰਾਂ ਦੀ ਸੇਵਾ ਕੀਤੀ ਹੈ, ਕਿਵੇਂ ਕਿਵੇਂ ਪਾਤਸ਼ਾਹ ਨੇ ਮਰਜ਼ਾਦਾ ਨਿਭਾਉਣਾ ਕੀਤੀ ਹੈ। ਮੈਂ ਤਾਂ ਅਣਜਾਣ ਹਾਂ। ਇਹ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਮਨ 'ਚ ਨਿਮਰਤਾ ਸੀ ਗੁਰੂ ਸਵਾਰਿਓ। ਸਨਮਾਨ, ਇੱਕ ਸਿੱਖ ਦਾ ਸਨਮਾਨ ਕਰਨਾ, ਜਿਵੇਂ ਪੰਜਵੇਂ ਗੁਰ ਦੇ ਮਹਾਰਾਜ ਕਹਿੰਦੇ ਨੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਏ ਜੀਓ, ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੋ ਪਾਏ ਜੀਓ। ਇੰਨਾ ਸਨਮਾਨ ਦੇਣਾ ਕੀਤਾ ਸਤਿਗੁਰੂ ਜੀ ਨੇ। ਕਹਿੰਦੇ ਨੇ ਜਦੋਂ ਸਤਿਗੁਰੂ ਮਹਾਰਾਜ ਪੁੱਛਦੇ ਨੇ, ਕੋਈ ਵੀ ਗੱਦੀ ਉੱਤੇ ਬੈਠ ਕੇ ਕਾਰਜ ਕਰਨਾ ਨਾ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਮਸ਼ਵਰਾ ਲੈਂਦੇ ਨੇ। ਤੇ ਬਾਬਾ ਜੀ ਅੱਗੋਂ ਕਹਿੰਦੇ, ਸਤਿਗੁਰੂ ਮੈਨੂੰ ਕੀ ਪਤਾ, ਤੁਸੀਂ ਗੁਰੂ ਨਾਨਕ ਦੀ ਜੋਤ, ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਤੇ ਮਾਲਕ ਕਦੇ ਘਾਈਆਂ ਨੂੰ ਪੁੱਛਦਾ ਨਹੀਂ ਹੁੰਦਾ, ਨੌਕਰਾਂ ਨੂੰ ਹੀ ਪੁੱਛਦਾ ਕਿ ਨੌਕਰਾਂ ਨੂੰ ਕਿ ਵਿਆਹ ਕੰਮ ਕਿਵੇਂ ਕਰਨਾ। ਮੈਂ ਤਾਂ ਤੁਹਾਡੇ ਦਰ ਦਾ ਨੌਕਰ ਹਾਂ ਪਾਤਸ਼ਾਹ, ਜਿਵੇਂ ਤੁਹਾਨੂੰ ਚੰਗਾ ਲੱਗਦਾ ਪਾਤਸ਼ਾਹ ਉਸੇ ਤਰ੍ਹਾਂ ਕਰਨਾ ਕਰੋ। ਫਿਰ ਸਮਾਂ ਆਇਆ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਨੇ। 1581 ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੇ ਛੋਟੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ। ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਇਹ ਵਰ ਪ੍ਰਾਪਤ ਹੋਇਆ ਸੀ, ਦੋਹਤਾ ਬਾਣੀ ਕਾ ਬੋਹਤਾ। ਇਹ ਜੋ ਦੋਹਤਾ ਬਾਣੀ ਦਾ ਜਹਾਜ਼ ਰਚਣ ਵਾਲਾ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ। ਤੇ ਇਤਿਹਾਸ ਦੱਸਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਹਰ ਸਮੇਂ ਕੋਈ ਵੀ ਗੁਰੂ ਘਰ ਦਾ ਕਾਰਜ ਹੁੰਦਾ ਸੀ ਨਾ, ਕਾਰਜ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਹ ਮਸ਼ਵਰਾ ਜ਼ਰੂਰ ਲੈਂਦੇ ਸੀ। ਜਦੋਂ ਸਤਿਗੁਰੂ ਜੀ ਨੂੰ ਇਹ ਪਤਾ ਲੱਗਿਆ ਕਿ ਮੀਣੇ ਜਿਹੜੇ ਨੇ ਉਹ ਹੋਰ ਕਵੀ ਜਨ ਸ਼ਰਾਰਤੀ ਅਨਸਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਵਰਤ ਕੇ ਆਪਣੀ ਕਵਿਤਾ ਲਿਖੀ ਜਾ ਰਹੇ ਨੇ, ਥੱਲੇ ਗੁਰੂ ਨਾਨਕ ਪਾਤਸ਼ਾਹ ਨਾਮ ਪਾਉਂਦੇ ਨੇ, ਕਹਿੰਦੇ ਨੇ ਉਦੋਂ ਸਤਿਗੁਰੂ ਗੁਰੂ ਮਹਾਰਾਜ ਨੇ ਇਹ ਬਚਨ ਕੀਤੇ, ਕਹਿਣ ਲੱਗੇ ਕਿ ਹੁਣ ਅਸੀਂ ਇੱਕ ਗ੍ਰੰਥ ਰਚਾਂਗੇ। ਗ੍ਰੰਥ ਰਚਣ ਦੇ ਲਈ ਚੋਣ ਕੀਤੀ ਆ ਰਾਮਸਰ ਵਾਲਾ ਅਸਥਾਨ, ਤੇ ਜਿੰਨੀ ਵੀ ਜ਼ਿੰਮੇਵਾਰੀ ਸੀ ਹਰਿਮੰਦਰ ਸਾਹਿਬ ਦੀ, ਉਹ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਨੂੰ ਸੌਂਪ ਕੇ ਆਏ ਸੀ ਕਿ ਤੁਸੀਂ ਇਹ ਜ਼ਿੰਮੇਵਾਰੀ ਸਾਂਭਣੀ ਹੈ। ਉਸ ਤੋਂ ਪਹਿਲਾਂ ਮਾਤਾ ਗੰਗਾ ਜੀ ਦੇ ਜੀਵਨ ਬਾਰੇ ਸਾਰੇ ਆਪ ਜੀ ਜਾਣਦੇ ਹੋ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸੰਤਾਨ ਨਹੀਂ ਸੀ, ਤੇ ਉਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਣਾ ਕੀਤਾ ਸੀ। ਬੀੜ ਬਾਬਾ ਬੁੱਢਾ ਸਾਹਿਬ ਦੇ ਸਥਾਨ 'ਤੇ ਪਹੁੰਚੇ, ਉੱਥੋਂ ਜਾ ਕੇ ਵਰ ਲਿਆ ਕਿ ਇਹੋ ਜਿਹਾ ਸਾਹਿਬਜ਼ਾਦਾ ਗੁਰੂ ਘਰ 'ਚ ਪ੍ਰਗਟ ਹੋਵੇਗਾ, ਜਿਵੇਂ ਗੰਢਾ ਭੰਨਿਆ ਏ ਇੰਝ ਉਹ ਬੈਰੀਆਂ ਦੇ ਸਿਰ ਭੰਨੇਗਾ। ਜਦੋਂ ਬੂੰਦਾਬਾਂਦੀ ਹੋ ਰਹੀ ਸੀ, ਕਹਿਣ ਲੱਗ ਜਿਸ ਤਰ੍ਹਾਂ ਇਹ ਬੂੰਦਾਬਾਂਦੀ ਹੋ ਰਹੀ ਹੈ, ਇਸ ਤਰ੍ਹਾਂ ਉਹ ਨਾਮ ਅੰਮ੍ਰਿਤ ਦੀ ਵਰਖਾ ਕਰਨਗੇ। ਬਿਜਲੀ ਲਿਸ਼ਕੀ ਹੈ, ਕਹਿਣ ਲੱਗੇ ਜਿਵੇਂ ਇਹ ਬਿਜਲੀ ਲਿਸ਼ਕਦੀ ਹੈ, ਇੰਝ ਸਾਹਿਬਜ਼ਾਦੇ ਦੀ ਤਲਵਾਰ ਸ਼੍ਰੀ ਸਾਹਿਬ ਲਿਸ਼ਕੇਗੀ, ਬੈਰੀਆਂ ਦੇ ਸਿਰ ਵੱਢੇਗੀ। ਤੇ ਨਾਲ ਬਚਨ ਕੀਤੇ, ਕਹਿਣ ਲੱਗੇ ਭਾਰੀ ਗੁਰੂ ਹੋਵੇਗਾ। ਭਾਵ ਕਹਿਣ ਦਾ ਛੇਵੇਂ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਨਾਲ ਹੋਇਆ। ਕਿਉਂਕਿ ਸਤਿਗੁਰੂ ਜੀ ਜਿੱਥੇ ਸਾਰਿਆਂ ਨੂੰ ਪੁੱਤਰਾਂ ਦੀ ਦਾਤਾਂ ਦਿੰਦੇ ਨੇ ਨਾ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਪਾਤਸ਼ਾਹ ਦੇ ਘਰ ਕਿਸੇ ਦਾ ਘਾਟਾ ਨਹੀਂ ਹੈ। ਕੇਵਲ ਇਹ ਸਤਿਕਾਰ ਸੀ
ਮਾਣ ਸਨਮਾਨ ਵਡਿਆਈ ਦੇਣੀ ਸਿੱਖ ਨੂੰ। ਜਿਹੜਾ ਇੰਨੇ ਲੰਮੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਅਤੇ ਟਹਿਲ ਸੇਵਾ ਕਰ, ਉਹਨੂੰ ਸਤਿਮਾਨ ਦਿੱਤਾ, ਸਤਿਕਾਰ ਦਿੱਤਾ ਹੈ। ਹੁਣ ਜਦੋਂ ਗੁਰੂ ਸਵਾਰੇ ਇਹ ਬਚਨ ਕੀਤਾ ਅਤੇ ਸੰਨ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ। 1595 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਬਡਾਲੀ ਨਗਰ ਵਿਖੇ। ਗੁਰੂ ਕੇ ਚਰਨ ਪੈਣ ਨਾਲ ਉਹ ਗੁਰੂ ਕੀ ਬਡਾਲੀ ਬਣ ਗਈ ਅਤੇ ਸਤਿਗੁਰੂ ਮਹਾਰਾਜ ਨੇ 6ਵੇਂ ਪਾਤਸ਼ਾਹ ਮਹਾਰਾਜ ਨੂੰ ਆਪਣੀ ਗੋਦ 'ਚ ਖੜਾਇਆ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੇ। ਅਤੇ ਬਾਬਾ ਬੁੱਢਾ ਸਾਹਿਬ ਜੀ 6ਵੇਂ ਪਾਤਸ਼ਾਹ ਵਿੱਦਿਆ ਗੁਰੂ ਵੀ ਹਨ। ਸ਼ਾਸਤਰ ਵਿੱਦਿਆ ਦਾ ਵੀ ਉਹਨੂੰ ਗਿਆਨ ਕਰਵਾਇਆ ਹੈ ਅਤੇ ਸਤਿਮਾ ਵਿੱਦਿਆ, ਧਾਰਮਿਕ ਵਿੱਦਿਆ ਵੀ, ਦੁਨਿਆਵੀ ਵਿੱਦਿਆ ਵੀ, ਇਹ ਸਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਪ੍ਰਾਪਤ ਕੀਤੀ ਹੈ। ਫਿਰ ਗੁਰੂ ਸਵਾਰੇ ਜਦੋਂ ਗੁਰੂ ਗ੍ਰੰਥ ਸਾਹਿਬ ਰਚਨਾ ਦਾ ਸਮਾਂ ਆਇਆ, ਸਾਰੀ ਜ਼ਿੰਮੇਵਾਰੀ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਸੌਂਪ ਦਿੱਤੀ ਕਿ ਤੁਸੀਂ ਇੱਥੋਂ ਦੀ ਸੰਭਾਲ ਕਰਨੀ, ਅਸਥਾਨ ਦੀ ਸੰਭਾਲ ਤੁਸਾਂ ਨੇ ਕਰਨੀ ਹੈ। ਅਤੇ ਬਾਕੀ ਜਿਹੜਾ ਇੱਧਰ ਆਪਾਂ ਭਾਈ ਗੁਰਦਾਸ ਜੀ ਨੂੰ ਨਾਲ ਲਾ ਕੇ, ਲਿਖਾਰੀ ਲਾ ਕੇ ਇਹ ਗ੍ਰੰਥ ਰਤਨ ਜਾ ਰਹੇ ਆ, ਜਿਹੜਾ ਸਾਡਾ ਆਉਣ ਵਾਲੇ ਸਮੇਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਗੁਰੂ ਹੋਣਗੇ, ਸ਼ਬਦ ਗੁਰੂ। ਅਤੇ ਸਾਰੇ ਭਗਤਾਂ ਦੀ, ਭੱਟਾਂ ਦੀ ਬਾਣੀ ਇੱਕ ਥਾਂ 'ਤੇ ਇਕੱਤਰ ਕਰਕੇ ਜਦੋਂ ਭਾਈ ਬੰਨੋ ਜੀ ਨੇ ਗੁਰੂ ਸਵਾਰਿਓ ਪਾਵਨ ਸਰੂਪ ਜਿਲਦ ਬਣਵਾਈ ਹੈ, ਸੇਵਾ ਕੀਤੀ ਹੈ। ਅਤੇ ਜਦੋਂ ਗ੍ਰੰਥ ਤਿਆਰ ਹੋ ਗਿਆ, ਸੰਨ 1604 ਦੀ ਘਟਨਾ ਹੈ, ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੋਚਾਂ ਵਿੱਚ ਪੈ ਗਏ। ਰਾਮਸਰ ਵਾਲੇ ਸਥਾਨ 'ਤੇ ਬਿਰਾਜਮਾਨ ਨੇ, ਕਿਸ ਗ੍ਰੰਥ ਦੀ ਟਹਿਲ ਸੇਵਾ ਕਿਹਨੂੰ ਦੇਈ, ਬਖਸ਼ਿਸ਼ ਕਰੀਏ। ਕੱਲੇ ਕੱਲੇ ਸਿੱਖ ਵੱਲ ਸਤਿਗੁਰੂ ਦੀ ਨਿਗਾਹ ਪਈ ਹੈ, ਕੱਲੇ ਕੱਲੇ ਸਿੱਖ ਵੱਲ ਤੱਕਿਆ। ਸਾਰੇ ਸਿੱਖਾਂ ਤੋਂ ਬਾਅਦ ਫਿਰ ਨਿਗਾਹ ਪਈ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉੱਤੇ। ਵਿਚਾਰ ਕਰਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਤੋਂ ਵੱਡਾ ਸਿੱਖ ਕੋਈ ਨਹੀਂ ਹੋ ਸਕਦਾ, ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਦੀ ਅਣਥੱਕ ਸੇਵਾ ਕਰਦੇ ਨੇ। ਇਹ ਸੇਵਕ ਕੀ ਬਸਤ ਸਦੀਵਾ, ਕਹਿੰਦੇ ਕਰ ਨਾ ਸਕੈ ਜਿਨ੍ਹਾਂ ਮਨ ਨੀਵਾ। ਜਿਨ੍ਹਾਂ ਦਾ ਮਨ ਨੀਵਾਂ ਨਹੀਂ ਹੈ, ਨਿਮਰਤਾ ਨਹੀਂ ਜਿਨ੍ਹਾਂ ਦੇ ਮਨ ਵਿੱਚ, ਉਹ ਨਹੀਂ ਸੇਵਾ ਕਰ ਸਕਦੇ ਹਨ। ਜਿਹੜੇ ਸੇਵਕ ਨੇ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਹੋ ਜਿਹੇ ਪਿਆਰੇ ਫਿਰ ਸੇਵਾ ਕਰ ਸਕਦੇ ਨੇ। ਅਤੇ ਉਸ ਸਮੇਂ ਗੁਰੂ ਸਵਾਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਰ ਦਿੱਤਾ। ਆਪ ਸਤਿਗੁਰੂ ਨੇ ਚੌਰ ਪਕੜਨਾ ਕੀਤਾ ਅਤੇ ਸਤਿਗੁਰੂ ਜੀ ਨੇ ਬਚਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਤੇ ਪਾਵਨ ਗ੍ਰੰਥ ਰੱਖਿਆ ਅਤੇ ਹਰਿਮੰਦਰ ਸਾਹਿਬ ਵਿਖੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ, ਅਤੇ ਜਾ ਕੇ ਪਹਿਲਾਂ ਤਿਆਰੀ ਕੀਤੀ ਹੋਈ ਹੈ। ਅਤੇ ਗੁਰੂ ਸਵਾਰਿਓ ਪਾਵਨ ਗ੍ਰੰਥ ਜਿਹੜਾ ਸੀ ਉੱਥੇ ਟਿਕਾਣਾ ਕੀਤਾ ਪੀੜੇ ਦੇ ਸਹਿਤ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਪੌੜੀ ਪੜ੍ਹੀ ਗਈ ਹੈ। ਅਤੇ ਸਤਿਗੁਰੂ ਜਦੋਂ ਕੁਝ ਸਮੇਂ ਲਈ ਕੀਰਤਨ ਬੰਦ ਹੋਇਆ ਅਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲੈ ਆਵਾਜ਼ ਸੁਣ ਹੈ ਸਭ ਪੰਥ। ਗੁਰ ਇਤਿਹਾਸ ਦੇ ਬਚਨ ਗੁਰੂ ਪਾਤਸ਼ਾਹ ਨੇ ਆਖਿਆ ਕਿ ਆਵਾਜ਼ਾਂ ਲਓ, ਪਾਓ ਹੁਕਮਨਾਮਾ ਲਵੋ, ਪਹਿਲਾ ਪ੍ਰਕਾਸ਼ ਕਰੋ ਤਾਂ ਕਿ ਸਾਰਾ ਪੰਥ ਸੁਣਨਾ ਕਰੇ। ਕਹਿੰਦੇ ਸਤਿਗੁਰ ਦਾ ਹੁਕਮ ਮੰਨ ਕੇ 7 ਬਚਨ ਕਰਕੇ ਨਾ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ, ਪਹਿਲਾ ਗ੍ਰੰਥ ਦਾ ਪ੍ਰਕਾਸ਼ ਹੋਇਆ। ਜਿੱਥੇ ਗ੍ਰੰਥ ਦਾ ਪ੍ਰਕਾਸ਼ ਹੋ ਗਿਆ ਨਾਲ ਗ੍ਰੰਥੀ ਦਾ ਪ੍ਰਕਾਸ਼ ਵੀ ਹੋ ਗਿਆ ਗੁਰੂ ਸਵਾਰੇ। ਜੇ ਗ੍ਰੰਥ ਪ੍ਰਕਾਸ਼ ਹੋਇਆ ਅਤੇ ਨਾਲ ਗ੍ਰੰਥੀ ਵੀ ਰਮਤਾ ਹੋ ਗਈ। ਬਾਬਾ ਬੁੱਢਾ ਸਾਹਿਬ ਜੀ ਜਿਹੜੇ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਉੱਥੋਂ ਫਿਰ ਜਿਹੜੇ ਗ੍ਰੰਥੀ ਅੱਗੋਂ ਜਿੰਨੇ ਵੀ ਭਾਈ ਵੱਧ 'ਚ ਬਣੇ ਨੇ, ਐਡੀ ਵੱਡੀ ਬਖਸ਼ਿਸ਼। ਫਿਰ ਸਮਾਂ ਲੰਘਦਾ ਗਿਆ,
ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾਣਾ 1606 ਦੇ ਵਿੱਚ ਸ਼ਹੀਦ ਹੋਣਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਕੋਲ ਸੱਦਿਆ। ਕਹਿਣ ਲੱਗੇ ਹੁਣ ਅਸੀਂ ਲਾਹੌਰ ਜਾਵਾਂਗੇ ਤੇ ਸ਼ਹਾਦਤ ਦਾ ਜਾਮ ਪੀਣਾ, ਸ਼ਹੀਦ ਹੋ ਜਾਵਾਂਗੇ, ਵਾਪਸ ਨਹੀਂ ਮੁੜ ਕੇ ਆਉਣਾ। ਤੁਸੀਂ ਇਹ ਦੱਸੋ। ਭਾਈ ਗੁਰਦਾਸ ਜੀ ਕੋਲ ਬੈਠੇ, ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਨੇ। ਕਹਿਣ ਲੱਗੇ ਇਹ ਦੱਸੋ ਕਿ ਸਾਡਾ ਸਾਹਿਬਜ਼ਾਦਾ ਗੁਰਤਾ ਗੱਦੀ ਦੇ ਲਾਇਕ ਹੋ ਗਿਆ ਹੈ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਪਾਤਸ਼ਾਹ ਮੈਨੂੰ ਕੀ ਪੁੱਛਦੇ ਹੋ, ਆਪ ਜੀ ਦਾ ਅੰਤਰਜਾਮੀ ਹੋ। ਜੇ ਪੁੱਛਿਆ ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਹਿਬਜ਼ਾਦਾ ਸਾਰੇ ਗੁਣਾਂ ਕਰਕੇ ਸੰਪੰਨ ਹੈ, ਇਹ ਗੁਰਤਾ ਗੱਦੀ ਦੇ ਲਾਇਕ ਹੈ। ਸਲਾਹ ਮਸ਼ਵਰਾ ਲਿਆ। ਫਿਰ ਗੁਰੂ ਸਾਰੇ ਸਤਿਗੁਰੂ ਆਪ ਜੋਤੀ ਜੋ ਸਮਾਏ ਨੇ। ਬਾਅਦ ਵਿੱਚ ਗੁਰਤਾ ਗੱਦੀ ਰਸਮ ਜਿਹੜੀ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨਿਭਾਉਣਾ ਕੀਤੀ 1606 ਦੇ ਵਿੱਚ। ਸਮਾਂ ਯਾਦ ਨਹੀਂ ਦੇ ਰਿਹਾ, ਸਮਾਂ ਹੋ ਚੁੱਕਿਆ ਹੈ। ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਮੀਰੀ ਪੀਰੀ ਤਲਵਾਰਾਂ ਪਹਿਨੀਆਂ, ਸੋਹਣੀ ਸੀਸ ਉੱਤੇ ਦਸਤਾਰ ਸਜਾਈ। ਇਹ ਦਸਤਾਰ ਵੀ ਸਤ ਬਾਬਾ ਬੁੱਢਾ ਸਾਹਿਬ ਨੇ ਭੇਟਾ ਕੀਤੀ ਸੀ। ਕਿਉਂਕਿ ਜੋ ਸੇਲੀ ਟੋਪੀ ਰੱਖੀ ਗਈ ਨਾ ਕਿ ਸਾਹਮਣੇ, ਤੇ ਸਤਿਗੁਰੂ ਕਹਿਣ ਲੱਗੇ ਨਹੀਂ ਬਾਬਾ ਜੀ ਸੇਲੀ ਟੋਪੀ ਦਾ ਜ਼ਮਾਨਾ ਚਲਿਆ ਗਿਆ, ਹੁਣ ਅਸੀਂ ਦਸਤਾਰ ਸਜਾਵਾਂਗੇ। ਸਾਡੇ ਸੀਸ ਉੱਤੇ ਦਸਤਾਰ ਹੋਵੇਗੀ, ਸਾਡਾ ਸਿੱਖ ਵੀ ਦਸਤਾਰ ਸਜਾਇਆ ਕਰੇਗਾ। ਅਸੀਂ ਸ਼ਸਤਰਧਾਰੀ ਹੋਵਾਂਗੇ, ਸਾਡੇ ਸਿੱਖ ਵੀ ਸ਼ਸਤਰਧਾਰੀ ਹੋਣਗੇ। ਇਹ ਪਾਤਸ਼ਾਹ ਨੇ ਬਾਰ-ਬਾਰ ਬਚਨ ਕੀਤੇ ਸਨ। ਫਿਰ ਗੁਰੂ ਸਰ ਉਹ ਸਮਾਂ ਵੀ ਆਇਆ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਅਣਥੱਕ ਸੇਵਾ ਕਰਕੇ ਨਾ ਲਗਾਤਾਰ ਸੇਵਾ ਕਰਦੇ ਜਾ ਰਹੇ। ਮਨ ਬੜਾ ਕਰਦਾ ਸੇਵਾ ਕਰੀਏ, ਪਰ ਬੁਢਾਪੇ ਨੇ ਸਰੀਰ ਨੂੰ ਗਰਸ ਲਿਆ। ਅੰਤਮ ਸਮਾਂ ਆ ਗਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਆਗਿਆ ਲਈ ਪਾਤਸ਼ਾਹ ਦੇ ਚਰਨਾਂ ਜਾ ਕੇ, ਪਾਤਸ਼ਾਹ ਜੀ ਮੇਰਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ, ਮਨ ਕਰਦਾ ਮੈਂ ਤੁਹਾਡਾ ਦਰ ਨਾ ਛੱਡਾਂ, ਪਰ ਪਾਤਸ਼ਾਹ ਹੁਣ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਹੈ। ਹੁਣ ਮੈਨੂੰ ਆਗਿਆ ਬਖਸ਼ੋ ਤਾਂ ਕਿ ਮੈਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਤੁਹਾਡੀ ਆਰਾਧਨਾ ਕਰਨਾ ਕਰਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਮੰਗੋ ਬਾਬਾ ਜੀ ਕੀ ਮੰਗਦੇ ਹੋ? ਕਹਿਣ ਲੱਗੇ ਇੱਛਾ ਬਸ ਇਹੀ ਹੈ ਜਦੋਂ ਮੇਰਾ ਅੰਤਮ ਸਮਾਂ ਹੋਵੇ, ਅੰਤਮ ਸਮੇਂ ਮੈਨੂੰ ਆਪ ਜੀ ਦੇ ਦੀਦਾਰ ਹੋਣ, ਮੇਰਾ ਸੀਸ ਆਪ ਜੀ ਦੀ ਗੋਦ ਵਿੱਚ ਹੋਵੇ। ਅੰਤਮ ਬਚਨ। ਤੇ ਗੁਰੂ ਸਵਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤੇ ਕਿ ਬਾਬਾ ਜੀ ਜਦੋਂ ਤੁਹਾਡਾ ਅੰਤਮ ਸਮਾਂ ਆਵੇਗਾ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿਤੇ ਵੀ ਹੋਈਏ ਤੇ ਤੁਹਾਨੂੰ ਆ ਕੇ ਦਰਸ਼ਨ ਦੀਦਾਰ ਜ਼ਰੂਰ ਬਖਸ਼ਿਸ਼ ਕਰਾਂਗੇ। ਰਮਦਾਸ ਦੀ ਧਰਤੀ ਤੇ ਪਹੁੰਚ ਗਏ। ਸਮਾਂ ਆ ਗਿਆ, ਅੰਤਮ ਸਮਾਂ ਬਾਬਾ ਬੁੱਢਾ ਸਾਹਿਬ ਜੀ ਦਾ। ਤੇ ਗੁਰੂ ਸਵਾਰੇ ਗੁਰੂ ਹਰਗੋਬਿੰਦ ਸਾਹਿਬ ਬੜੀ ਤੇਜ਼ੀ ਨਾਲ ਦੌੜੇ, ਅੰਮ੍ਰਿਤਸਰ ਤੋਂ ਚੱਲੇ ਨੇ। ਉਧਰ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਧਿਆਨ ਗੁਰੂ ਸਰੇ ਅੰਮ੍ਰਿਤਸਰ ਵਾਲੇ ਰਸਤੇ ਵੱਲ। ਕਦੋਂ ਮੈਂ ਦੂਰੋਂ ਆਉਂਦਿਆਂ ਸਤਿਗੁਰੂ ਨੂੰ ਤੱਕਣਾ ਕਰਾਂ ਤੇ ਸਾਹਮਣੇ ਸਤਿਗੁਰੂ ਨੂੰ ਆਉਂਦਿਆਂ ਦੇਖਿਆ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ ਆਪਣੇ ਗੁਰੂ ਦੇ ਦੀਦਾਰ ਗਦ ਹੋ ਗਏ। ਤੇ ਸਤਿਗੁਰੂ ਮਹਾਰਾਜ ਸਾਹਮਣੇ ਸਨਮੁਖ ਆਏ। ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਆਪਣੀ ਗੋਦ 'ਚ ਰੱਖ ਲਿਆ। ਕਹਿਣ ਲੱਗੇ ਬਾਬਾ ਜੀ ਮੰਗੋ ਕੀ ਮੰਗਦੇ ਹੋ? ਜੋ ਮੰਗੇਗੇ ਤੁਹਾਨੂੰ ਅਸੀਂ ਦੇਵਾਂਗੇ। ਇੰਨੀ ਅਣਥੱਕ ਸੇਵਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਫਿਰ ਆਖਦੇ ਨੇ ਸੱਚੇ ਪਾਤਸ਼ਾਹ ਜਮਾਂ ਦੀ ਮਾਰ ਨਾ ਪਵੇ ਜੇ। ਦੇਖੋ ਜਦੋਂ ਪਹਿਲੇ ਸਰੂਪ 'ਚ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਹੀ 12 ਸਾਲ ਦੀ ਉਮਰ ਵਿੱਚ ਆਖਦੇ ਨੇ ਕਿ ਸੱਚੇ ਪਾਤਸ਼ਾਹ ਜਮਾਂ ਦੀ ਮਾਰ ਨਾ ਪਵੇ। ਅੱਜ ਅੰਤਮ ਸਮਾਂ ਆਇਆ, ਉਹੀ ਬਚਨ ਯਾਦ ਰੱਖੇ ਨੇ ਕਿ ਇਹੀ ਗੁਰੂ ਨਾਨਕ ਹੈ, ਗੁਰੂ ਨਾਨਕ ਦਾ 6ਵਾਂ ਸਰੂਪ ਹੈ। ਤੇ ਉਹੀ ਬਚਨ ਕੀਤੇ ਸੱਚੇ ਪਾਤਸ਼ਾਹ ਜਮਾਂ ਦੀ ਮਾਰ ਨਾ ਪਵੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ ਨੇ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਬਾਬਾ ਜੀ ਜੰਮ ਤੁਹਾਨੂੰ ਜੰਮ ਤੰਗ ਕਰਨਗੇ, ਕਿਉਂਕਿ ਜੰਮ ਤਾਂ ਗੁਰਬਾਣੀ ਸਤਿਗੁਰੂ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ। ਜਮਦੂਤਾਂ ਨੂੰ ਤਾੜਨਾ ਕੀਤਾ ਤੇ ਉੱਥੇ ਜਾ ਨਹੀਂ ਸਕਦੇ ਹਨ,
इस करके सा बाबा जी तुहानू जम की मारनगे। कहते होर मंगो। कहते कोल सी बाबा जी का सपुत्र बाबा भाना जी। बाबा भाना जी का हथ गुरु हरगोबिंद साहब महाराज के कर कमलों 'च पकड़ा दिता कि पातशाह जिमें आप जी मेरे तो ये सेवा लेंदे रहे गुरु घर की, तो ये जिहड़ी गुरता गद्दी दा रस्म निभाणी अगे जिहड़ी तुहाडी कोल चले गुरता गद्दी दी, ते सतगुरु मेरी कुल विच रहे। इस तरह ये बख्शिश मेरे बच्चों उत्ते करनी ताकि मेरे बच्चे भी सिੱਖੀ नाल जुड़े रहन। ते गुरु सवारे फिर सतगुरु के सन्मुख बाबा बुढ़ा साहब जी ने अपने पंचभूतक शरीर नूं त्यागिया, सतगुरु की गोद विच शरीर त्यागिया। इतिहासकार लिखते ने कि छेवें पातशाह महाराज गुरु हरगोबिंद साहब महाराज कदे भी बराग विच नहीं आए सन, पर जदों बाबा बुढ़ा साहब जी जोती जो समाए ने ना, तो छेवें पातशाह के नेत्रां विचों मोटे मोटे अथरू डिगण लग पे। कारण की सी? क्योंकि एक तो बाबा जी के बचनों के नाल सतगुरु का अवतार होया, दूजा एक बच्चे सतगुरु गुरु हरगोबिंद साहब अपने हत्थी पालना किया। घोड़ विद्या, शस्त्र विद्या ते दुनियावी विद्या, धार्मिक विद्या, ये सारी ब्रह्म ज्ञानी बाबा बुढ़ा साहब जी पासों प्राप्त की सी। ते आ सारी अंतिम क्रिया करवाई गई, अपने हत्थी संस्कार किया। ते इस तरह गुरु सर अज उस महान तपस्वी महान जिन्हां उत्ते गुरु नानक की बख्शिश, गुरु अंगद की बख्शिश, गुरु अमरदास पातशाह की बख्शिश, छेवें पातशाह गुरु हरगोबिंद साहब महाराज की बख्शिश, 6 गुरु साहबान जिन्होंने दर्शन दीदारे किए होण, ऐसे ब्रह्म ज्ञानी महान गुरसिख शांति दे पुंज नाम दे रसीए ब्रह्म ज्ञानी बाबा बुढ़ा साहब जी का अज जन्म दिहाड़ा है। सारियां संगतां नूं बाबा जी के जन्म दिहाड़े की लख लख बधाई। दास तो बोलदियां तो एक नहीं अनेकां गलतियां हो